साडे मुल्क च खास तौर पर पूरी दुनिया च आम तौर पर असी उत्थों मंदिर मस्जिद तो निकल के गुरुद्वारे चर्च तो निकल के असी अपनी मंगी हुई दुआ के खिलाफ ही काम करने शुरू कर देंगे। गुरुद्वारे भी बंद ने कोरोना वायरस करके, मस्जिदां भी बंद ने, गिरजे घर भी बंद होए हुए ने, मंदिरां दे विच भी कोई नहीं जा रहा। ये रब की साडे नाराज़गी है भी तुसी मेरे को मंदिर मस्जिद गुरुद्वारे चर्च च आके कुछ होर मंगदे हो और बाहर जाके तुसी अपनी मंगी हुई दुआ के खिलाफ काम करते हो। ਉਹਦੀ नापसंदीदगी करके उन्हें साढ़े वास्ते मंदिर मस्जिद गुरुद्वारे सारे बंद करते। रब अगे सिर झुकाना चाहिए, अपनी गलतियों की माफ़ी मंगनी चाहिए है और कोशिश करनी चाहिए है कि कोई भी ऐसी उल्लंघना ना की जाए जिहदे करके करोना जिहड़ा साडा बहुत बड़ा दुश्मन है, जिन्हों असीं अंदर बैठ के हरा सकते हैं, बाहर निकल के उहदे कोल असीं हार गए। इहदे च सारे मजहब के वो लोग ਜਿਹੜੇ ਰੱਬ ਦੇ ਅੱਗੇ ਦੁਆ ਮੰਗ ਰਹੇ ਨੇ ਉਹਨਾਂ ਘਰ ਬੈਠ ਕੇ, ਇਹ ਉਹਦਾ ਨਤੀਜਾ ਹੈ ਕਿਉਂਕਿ ਦਵਾਈਆਂ ਤਾਂ ਪੂਰੀ ਦੁਨੀਆ 'ਚ ਇਹਦੇ ਵਾਸਤੇ ਕੋਈ ਨਹੀਂ। ਪਰ ਹੋ ਤਾਂ ਉਲਟ ਰਿਹਾ। ਅਗਰ ਸਾਡੇ ਧਾਰਮਿਕ ਜਿਹੜੇ ਸੰਸਥਾਨ ਨੇ ਉਹ ਬੰਦ ਹੋ ਗਏ ਨੇ ਤਾਂ ਅਸੀਂ ਘਰਾਂ ਦੇ ਵਿੱਚ ਟੀਵੀ ਜ਼ਰੀਏ ਮੋਬਾਈਲਾਂ ਤੇ ਬੈਠ ਕੇ ਆਪਣਾ ਟਾਈਮ ਗੁਜ਼ਾਰ ਰਹੇ ਹਾਂ। ਉਹਨੂੰ ਮੁਸਲਮਾਨ ਕਾਤਿਲ, ਹਿੰਦੂ ਕਾਤਿਲ, ਸਿੱਖ ਕਾਤਿਲ, ਈਸਾਈ ਕਾਤਿਲ ਕਹਿ ਕੇ ਨਫ਼ਰਤ ਫੈਲਾਉਣ ਦੀ ਬਜਾਏ ਅਸੀਂ ਉਸ ਮਜ਼ਹਬ ਨੂੰ ना लपेटीए बल्कि उस इंसान को बुरा कहिए जिन्हें जुर्म किया और उन्होंने सज़ा दी। तुसी हैरान होवोगे अंग्रेज़ों ने उन्होंने सज़ा पता की दी सी? मिर्ज़ा मुनीर बेग नूं जिंदा चिता च जलाया था जी, और हुक्मचंद जैन नूं जिंदा कबर च दफनाया सा। रब की तरफ तो हो सकता कदे भी किसी इंसान नूं किन्नी मर्जी रब ताकत दे दे, अपने नूं रब तो बड़ा नहीं समझना चाहिए। ये अमेरिका तो सबक सीखण वास्ते सारी दुनिया के हुक्मरानां नूं ये देख के चलना चाहिए कि वो रब तो बड़े नहीं हो सकते, रब उन्हां कोल हमेशा बड़ा रहेगा। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਸਾਡੇ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਿਹੜੇ ਮਾਮਲੇ ਨੇ ਲਗਾਤਾਰ ਕਰੋਨਾ ਵਾਇਰਸ ਦੇ ਵੱਧ ਰਹੇ ਨੇ। ਅਜਿਹੇ ਦੇ ਵਿੱਚ ਘਰ ਬੈਠੇ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਇਸ ਕਰੋਨਾ ਵਾਇਰਸ ਤੋਂ ਖੁਦ ਨੂੰ, ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ, ਉਹ ਸਾਨੂੰ ਡਾਕਟਰ, ਸਾਡੀਆਂ ਸਰਕਾਰਾਂ ਹਰ ਤਰੀਕੇ ਨਾਲ ਦੱਸ ਰਹੀਆਂ ਨੇ। ਪਰ ਅਜਿਹੇ ਦੇ ਵਿੱਚ ਅੱਜ ਤੁਹਾਨੂੰ ਇੱਕ ਨਵਾਂ ਫਾਰਮੂਲਾ ਦੱਸਾਂਗੇ, ਬੀ ਵਾਲਾ ਫਾਰਮੂਲਾ, ਜਿਹੜਾ ਅਮਜਦ ਸ਼ੋਹਰਾਬ ਹੋਣਾ ਨੇ, ਜਿਹੜੇ ਕਿ ਹਰਫ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਨੇ। ਅਸੀਂ ਕਹਿ ਲਈਏ ਕਿ ਕਾਲਜਿਸ ਵੀ ਚਲਾਉਂਦੇ ਨੇ, ਸਕੂਲ ਵੀ ਚਲਾਉਂਦੇ ਨੇ, ਇੰਡਸਟਰੀਲਿਸਟ ਵੀ ਨੇ, ਅਤੇ ਇੱਕ ਹੋਰ ਖਾਸ ਗੱਲ, ਜਿਹੜੇ ਸਾਬਕਾ ਡਿਸਟ੍ਰਿਕਟ ਗਵਰਨਰ ਵੀ ਰਹੇ ਨੇ ਰੋਟਰੀ ਇੰਟਰਨੈਸ਼ਨਲ ਕਲੱਬ ਦੇ। ਉਹਨਾਂ ਨੇ ਇੱਕ ਫਾਰਮੂਲਾ ਤਿਆਰ ਕੀਤਾ ਹੈ, ਬੀ ਫਾਰਮੂਲਾ ਉਹ ਨਾਮ ਦਿੰਦੇ ਨੇ। ਔਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਇਸ ਨੂੰ ਧਿਆਨ 'ਚ ਰੱਖ ਲਈਏ ਤਾਂ ਅਸੀਂ ਜੋ ਕਰੋਨਾ ਖਿਲਾਫ ਜੰਗ ਲੜ ਰਹੇ ਹਾਂ ਉਸ ਨੂੰ ਅਸੀਂ ਤਰੀਕੇ ਨਾਲ ਜਿੱਤ ਸਕਦੇ ਹਾਂ। ਅਮਜਦ ਸਾਹਿਬ, ਪਹਿਲਾਂ ਹਕੀਕਤ ਟੀਵੀ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ ਜੀ। बहुत बहुत धन्यवाद, शुक्रिया बहुत बहुत ਤੁਹਾਡਾ ਜੀ। ਅਮਜਦ ਸਾਹਿਬ, ਤੁਸੀਂ ਜਿਸ ਤਰ੍ਹਾਂ ਆਪਣੀ ਪਹਿਲਾਂ ਗੱਲ ਹੋਈ ਹੈ, ਤੁਸੀਂ ਇੱਕ ਬੜਾ ਵਧੀਆ ਫਾਰਮੂਲਾ ਸਾਨੂੰ ਦੱਸਿਆ, ਬੀ ਫਾਰਮੂਲਾ। ਪਹਿਲਾਂ ਤਾਂ ਇਹ ਦੱਸੋ ਕਿ ਬੀ ਫਾਰਮੂਲਾ ਬਣਾਉਣ ਦੀ ਤੁਹਾਨੂੰ ਜ਼ਰੂਰਤ ਔਰ ਇਹ ਜਿਹੜਾ ਤੁਸੀਂ ਬੀ ਫਾਰਮੂਲਾ ਬਣਾਇਆ ਇਹਦੀ ਕੀ ਅਹਿਮੀਅਤ ਹੈ ਅੱਜ ਦੇ ਟਾਈਮ? काशिफ साहब, ना तो मैं साइंटिस्ट हाँ, ना मैं डॉक्टर हाँ कि कोई फार्मूला बनाऊंगा। मैं शुरू तो बचपन तो सोशल सर्विस च यकीन रखता रहा जी, और मैं जो भी प्रोजेक्ट बनाना वो कोशिश करता कि असी सारे जिन्ने मजहब ने उन्होंने जोड़ लिए, क्योंकि कोई भी मजहब ਕਿਸੇ ਨੂੰ ਕਿਸੇ ਦੇ ਖਿਲਾਫ ਭੜਕਾਉਂਦਾ ਨਹੀਂ ਹੈ ਜੀ, ਬਲਕਿ ਜੋੜਨ ਦੀ ਕੋਸ਼ਿਸ਼ ਕਰਦਾ ਹੈ ਜੀ। ਜਿਹੜਾ ਮੈਨੇ ਇਹ ਸੋਸ਼ਲ ਫਾਰਮੂਲਾ B1 + B2 + B3 + B4 + B5 + B6 = B7 ਬਣਾਇਆ ਹੈ, ਇਹ ਵੀ ਹਰ ਚੀਜ਼ ਇਨਸਾਨ ਨਾਲ ਤਾਲੁਕ ਹੈ ਔਰ ਇਨਸਾਨੀਅਤ ਨਾਲ ਤਾਲੁਕ ਹੈ ਇਹਦਾ ਜੀ। ਜਦ ਮੈਂ B1 ਕਹਿਣਾ ਤਾਂ B1 ਦਾ ਮਤਲਬ ਕੀ ਹੈ ਕਿ ਕੋਈ ਵੀ ਇਨਸਾਨ ਜਦ ਇਸ ਦੁਨੀਆ 'ਚ ਆਉਂਦਾ ਹੈ ਤਾਂ ਉਹਦੇ ਆਉਣ 'ਚ ਆਪਣਾ ਕੋਈ ਰੋਲ ਨਹੀਂ ਹੁੰਦਾ, ਉਹ ਆਪਣੀ ਮਰਜ਼ੀ ਨਾਲ ਦੁਨੀਆ 'ਚ ਨਹੀਂ ਆਉਂਦਾ ਜੀ। ਕਿਉਂਕਿ ਇਸ ਤਰ੍ਹਾਂ ਇੱਕ ਉਰਦੂ ਦਾ ਸ਼ੇਰ ਹੈ, ਲਾਈ ਹਯਾਤ ਆਈ ਖਜ਼ਾ ਲੈ ਚਲੀ ਚਲੇ, अपनी खुशी से आए ना अपनी खुशी चले जी जी, या कल्ले आए नानगा सद्दे ते उठ जाए जी।
ਤਾਂ ਕੋਈ ਆਪਣੀ ਮਰਜ਼ੀ ਨਾਲ ਦੁਨੀਆ 'ਚ ਆਉਂਦਾ ਨਹੀਂ ਹੈ। ਤਾਂ ਬੀ ਬਰਥ, ਜੇ ਬੀ ਦਾ ਮਤਲਬ B1 ਦਾ ਮਤਲਬ ਬਰਥ, ਬਰਥ ਮੀਨਸ ਪੈਦਾ ਹੋਣਾ ਜੀ। ਦੁਨੀਆ 'ਚ ਕੋਈ ਵੀ ਇਨਸਾਨ ਜਿਹੜਾ ਪੈਦਾ ਹੁੰਦਾ ਹੈ ਉਹਨੂੰ ਇਹ ਨਹੀਂ ਪਤਾ ਹੁੰਦਾ ਉਹਨੇ ਕਿਹੜੇ ਘਰ 'ਚ ਪੈਦਾ ਹੋਣਾ ਹੈ, ਜੀ। ਕਿਹੜੇ ਧਰਮ 'ਚ ਪੈਦਾ ਹੋਣਾ ਹੈ, ਕਿਹੜੇ ਮੁਲਕ 'ਚ ਪੈਦਾ ਹੋਣਾ ਹੈ। ਇਹਦਾ ਮਤਲਬ ਹੈ ਬਰਥ 'ਚ ਐਜ਼ ਏ ਹਿਊਮਨ ਬੀਇੰਗ, ਐਜ਼ ਏ ਇਨਸਾਨ ਮੇਰਾ ਕੋਈ ਰੋਲ ਨਹੀਂ ਹੈ ਜੀ। ਇਹ ਰੱਬ ਦੀ ਮਰਜ਼ੀ ਨਾਲ ਹੁੰਦਾ ਹੈ ਜੋ ਵੀ ਹੁੰਦਾ ਹੈ। ਦੂਸਰਾ B2 ਜਿਹੜਾ ਹੈ, ਜਦ ਆਪਾਂ ਕੋਈ ਵੀ ਬੱਚਾ ਪੈਦਾ ਹੁੰਦਾ ਹੈ ਸਭ ਤੋਂ ਪਹਿਲਾਂ ਡਾਕਟਰ ਵੀ ਇਹੀ ਦੇਖਦਾ ਹੈ ਕਿ ਇਹਨੂੰ ਸਾਹ ਆ ਰਿਹਾ ਨਹੀਂ ਆ ਰਿਹਾ। B2 ਮੀਨਸ ਬਰੀਦਿੰਗ, ਜੀ। ਵੀ ਇਹ ਸਾਹ ਲੈ ਰਿਹਾ ਨਹੀਂ ਲੈ ਰਿਹਾ। ਅਗਰ ਉਹ ਸਾਹ ਲੈ ਰਿਹਾ ਹੈ ਤਾਂ ਉਹ ਪੇਰੈਂਟਸ ਵੀ ਖੁਸ਼ ਹੁੰਦੇ ਨੇ ਵੀ ਬੱਚਾ ਜ਼ਿੰਦਾ ਹੈ। ਔਰ ਤੀਸਰਾ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦ B3 ਆਉਂਦਾ ਹੈ, ਜਦ ਬੱਚਾ ਪੈਦਾ ਹੋ ਗਿਆ, ਸਾਹ ਲੈ ਰਿਹਾ ਹੈ ਔਰ ਸਾਹ ਵੀ ਆਪਣੀ ਮਰਜ਼ੀ ਨਾਲ ਨਹੀਂ ਲੈ ਰਿਹਾ ਉਹ ਸਾਹ ਉਸ ਹਵਾ 'ਚੋਂ ਲੈ ਰਿਹਾ ਹੈ ਜਿਹਦਾ ਕੋਈ ਮਜ਼ਹਬ ਨਹੀਂ ਹੈ, ਜਿਹੜੀ ਸਾਰਿਆਂ ਵਾਸਤੇ ਬਰਾਬਰ ਹੈ। ਜੀ। अगर तुसी इस चीज़ होर ध्यान ਨਾਲ देखिए भी लेते हैं सभी सांस उसी एक हवा से जो सबसे बड़ा तोहफा मिला हमको खुदा से। वाह वाह। जी जी। पूरी दुनिया दी जब कोई इंसान बच्चा जिहड़ा है अपना साह लैंदा है तो उसी ऑक्सीजन तो लैंदा है ਜਿਹਦੇ जो किसी भी मजहब वाला बच्चा साह लैंदा है। जी। जब ब्रीदिंग हो गई बच्चे दी, उसके बाद आप देखते हैं कि ਉਹਦੇ 'ਚ ब्लड है नहीं। B3 मीनस ब्लड। ਬਲੱਡ ਵੀ ਤੁਸੀਂ ਡਿਸਾਈਡ ਨਹੀਂ ਕਰਦੇ ਕਿ ਮੇਰਾ ਬਲੱਡ ਕੀ ਹੋਊਗਾ, ਪੋਜ਼ਿਟਿਵ ਹੋਊਗਾ, ਨੈਗੇਟਿਵ ਹੋਊਗਾ, C ਹੋਊਗਾ, D ਹੋਊਗਾ, A ਹੋਊਗਾ। ਉਹ ਵੀ ਤੁਹਾਨੂੰ ਰੱਬ ਦੀ ਦੇਣ ਹੈ ਜਿਹੜਾ ਤੁਹਾਨੂੰ ਖੂਨ ਮਿਲ ਜਾਵੇ। ਇਹ ਜ਼ਰੂਰੀ ਨਹੀਂ ਹੈ ਤੁਹਾਡੀ ਮਾਂ ਦਾ ਖੂਨ ਹੀ ਤੁਹਾਨੂੰ ਲੱਗ ਸਕੇ ਜੀ, ਜਾਂ ਤੁਹਾਡੇ ਫਾਦਰ ਦਾ ਖੂਨ ਤੁਹਾਨੂੰ ਲੱਗ ਸਕੇ। ਇਹਦਾ ਮਤਲਬ ਬਲੱਡ 'ਚ ਵੀ ਕਿਸੇ ਰਿਲੀਜਨ ਦਾ, ਕਿਸੇ ਪੇਰੈਂਟਸ ਦਾ, ਕਿਸੇ ਦਾ ਆਪਣਾ ਰੋਲ ਕੋਈ ਨਹੀਂ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਇੱਕ ਆਉਂਦਾ B4। B4 ਮੀਨਸ ਬੈਡ। ਬੈਡ ਮੀਨਸ ਨੀਂਦ। नींद एक ऐसी चीज़ है, चाहे इंसान कितना ही अमीर है, कितना ही गरीब है, इंसान नू नींद की लोड़ है। मैं एक छोटी जी तुहानू कहानी सुना दिना। एक दफ़ा एक बादशाह एक सड़क पर ही गुजर रहा था, रस्ते जी गुजर रहा सी, तो उत्थे एक साइड पर उन्होंने देखा एक फकीर सुता पिया है। बादशाह ने उठाया उन्होंने कहा तू जानदा मैं कौन हाँ? उन्हें कहा हाँ सर तुसी बादशाह सलामत हो। कहने लगे बादशाह सलामत ने कहा कि भी तेरे च मेरे च की फ़र्क है? फकीर ने कहा कि सर कुछ वक्त अपना एक जे है 24 घंटे च, बाकी का वक्त मेरा थोड़ा ना चंगा है जी। वो बादशाह सलामत ने मेरे एडे महल, मेरी एडी फौज, मेरे ने नौकर ने चाकर, मेरे को घोड़े हाथी, तेरे को कुछ भी, तू मेरे बराबर किमें हो गया? कहना बादशाह सलामत जब थोड़ी सोने के पलंग पर तुसी सो जन्ने हो और मैं सड़क के किनारे सो जन्ना, सोन ते बाद तुहानू पता हुंदा तुसी कित्थे हो? सोन ते बाद तुहानू पता हुंदा भी तुहाडे पेरेंट्स कौन ने? सोन ते बाद तुहानू पता हुंदा तुसी बादशाह हो जी। सोन ते बाद तुहानू पता हुंदा भी तुहाडे किड्डा बड़ा महल है तुहाडा। सोन ते बाद तुहानू पता हुंदा तुसी कित्थे सुत्ते पए हो। यही गल्लां मैनू नहीं पता हुंदियां जब मैं सो जाना जी। बिल्कुल। ਤਾਂ ਜਿਹੜਾ ਬੈਡ ਮੀਨਸ ਨੀਂਦ ਜਿਹੜੀ ਹੈ ਇਹ ਵੀ ਦੁਨੀਆ ਦੇ ਜਿੰਨੇ ਇਨਸਾਨ ਨੇ ਇਹਨਾਂ ਸਾਰਿਆਂ ਵਾਸਤੇ ਬਰਾਬਰ ਹੈ ਜੀ। ਔਰ ਹਰ ਇਨਸਾਨ ਦੀ ਉਹਨੇ ਫਿਰ ਬਾਦਸ਼ਾਹ ਨੇ ਵੀ ਪੁੱਛਿਆ ਵੀ ਤੇਰਾ ਵਕਤ ਮੇਰੇ ਨਾਲੋਂ ਚੰਗਾ ਕਿਹੜਾ ਹੁੰਦਾ ਹੈ? ਕਹਿੰਦਾ ਜਦ ਸੌਣ ਤੋਂ ਬਾਅਦ ਤੁਸੀਂ ਉੱਠ ਕੇ ਕਿਸੇ ਨੂੰ ਸਜ਼ਾ ਦਿੰਦੇ ਹੋ, ਕਿਸੇ ਦੇ ਡੰਡੇ ਲਗਵਾਉਂਦੇ ਹੋ, ਕਿਸੇ ਨੂੰ ਜੇਲ੍ਹ ਸਿੱਟਦੇ ਹੋ, ਕਿਸੇ ਨੂੰ ਕੈਚ ਕਰਦੇ ਹੋ। ਕਹਿੰਦਾ ਮੈਂ ਉਹ ਵਕਤ ਉਸ ਮਾਲਕ ਦਾ ਸ਼ੁਕਰ ਅਦਾ ਕਰਦਾ ਰਹਿਣਾ ਜਿਹਨੇ ਮੈਨੂੰ ਪੈਦਾ ਕੀਤਾ, ਜਿਹਨੇ ਮੈਨੂੰ ਜਿਹੜਾ ਮੈਨੂੰ ਸਾਹ ਦੇ ਰਿਹਾ, ਜਿਹਨੇ ਮੇਰੇ 'ਚ ਖੂਨ ਪਾਇਆ ਹੈ ਔਰ ਜਿਹੜਾ ਮੈਨੂੰ ਨੀਂਦ ਦੇ ਰਿਹਾ, ਮੈਂ ਉਹਦਾ ਸ਼ੁਕਰ ਅਦਾ ਕਰਦਾ। ਉਹ ਵਕਤ ਮੇਰਾ ਥੋੜ੍ਹੇ ਨਾਲੋਂ ਵਧੀਆ ਹੁੰਦਾ ਹੈ। ਵਾਕਈ ਐਗਜ਼ੈਕਟ। ਔਰ B5 ਜਿਹੜਾ ਹੈ ਅਸੀਂ ਸਾਰੇ ਜੇ ਅਸੀਂ ਤੁਸੀਂ ਮਤਲਬ ਮੈਨੂੰ ਸਮਝ ਨਹੀਂ ਆ ਰਿਹਾ ਲੋਕ ਕਿਉਂ ਡਿਫਰੈਂਸ ਕ੍ਰੀਏਟ ਕਰਦੇ ਇੱਕ ਦੂਸਰੇ ਨਾਲ। B5 ਜਿਹੜਾ ਹੈ ਉਹ ਬਿਜ਼ਨਸ ਹੈ। ਤੁਸੀਂ ਔਰ ਮੈਂ ਆਪਾਂ ਬਾਜ਼ਾਰ 'ਚ ਜਾਂਦੇ ਹਾਂ, ਫਰਜ਼ ਕਰੋ ਤੁਸੀਂ ਸ਼ਰਟ ਖਰੀਦਣਾ ਹੈ, ਤੁਸੀਂ ਦੁਕਾਨਦਾਰ ਦਾ ਨਾਂ ਪੁੱਛ ਕੇ ਸ਼ਰਟ ਨਹੀਂ ਖਰੀਦਦੇ, ਤੁਸੀਂ ਦੁਕਾਨਦਾਰ ਨੂੰ ਉਹਦੀ ਪ੍ਰਾਈਸ ਪੁੱਛਦੇ ਹੋ, ਤੁਸੀਂ ਉਹਦੀ ਕੁਆਲਿਟੀ ਦੇਖਦੇ ਹੋ, ਤੁਸੀਂ ਇੱਕ ਮਜ਼ਹਬ ਦੇ ਬੇਸਿਸ ਪਰ ਉਹਨੂੰ ਬਾਜ਼ਾਰ ਵਿੱਚ ਫਾਲਤੂ ਨਹੀਂ ਦਿੰਦੇ ਹੋ ਜੀ, ਨਾ ਹੀ ਘੱਟ ਦਿੰਦੇ, ਨਾ ਹੀ ਘੱਟ ਦੇ ਅਗਲਾ ਲੈਂਦਾ ਹੈ ਜੀ ਜੀ। ਇਸ ਕਰਕੇ ਬਿਜ਼ਨਸ 'ਚ ਅਸੀਂ ਸਾਰੇ ਜਿੱਥੋਂ ਫਾਇਦਾ ਹੋਵੇ ਉੱਥੇ ਜਾਂਦੇ ਹਾਂ ਜੀ। ਅੱਜ ਤੱਕ ਦੇਖਿਆ ਕਿਸੇ ਨੇ ਕਿਸੇ ਔਰਤ ਨੇ ਵੀ ਡਿਲੀਵਰੀ ਕਰਨ ਕਰਾਉਣ ਵਾਲਾ
ਕਿਸ ਮਜ਼ਹਬ ਨੂੰ ਬਿਲੋਂਗ ਕਰਦਾ, ਕੀ ਉਹ ਹਿੰਦੂ ਹੈ ਜਾਂ ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ। ਕੀ ਹਾਰਟ ਬਾਈਪਾਸ ਕਰਾਉਣ ਵਾਲਾ ਦੇਖਦਾ ਵੀ ਮੇਰਾ ਹਾਰਟ ਬਾਈਪਾਸ ਕੌਣ ਕਰ ਰਿਹਾ ਹੈ? ਉਹਨੂੰ ਸਿਰਫ ਆਪਣੇ ਹਾਰਟ ਬਾਈਪਾਸ ਤੱਕ ਤਾਲੁਕ ਹੁੰਦਾ ਹੈ। ਉਹ ਬਿਜ਼ਨਸ ਜਿਹੜਾ ਕਰਦਾ ਹੈ ਉਹਨੂੰ ਆਪਣੇ ਬਿਜ਼ਨਸ ਦੇ ਪ੍ਰੋਫਿਟ ਤੱਕ ਦਾ ਤਾਲੁਕ ਹੁੰਦਾ ਹੈ, ਨਾ ਕਿ ਬੰਦੇ ਦੇ ਨਾਂ ਦਾ, ਮਜ਼ਹਬ ਦਾ, ਜਾਂ ਉਹਦੀ ਜ਼ਾਤ ਦਾ, ਜਾਂ ਉਹਦੇ ਇਲਾਕੇ ਦਾ। ਇਹਦਾ ਮਤਲਬ ਬਿਜ਼ਨਸ ਵੀ ਆਪਣੇ ਫਾਇਦੇ ਵਾਸਤੇ ਅਸੀਂ ਆਪਣੇ ਆਪ ਕਰਦੇ ਹਾਂ ਜੀ। ਔਰ B6 ਜਿਹੜਾ ਹੈ ਇਹ ਇੱਕ ਐਸਾ ਇੰਪੋਰਟੈਂਟ ਪੁਆਇੰਟ ਹੈ ਕਿ B6 ਮੀਨਸ ਬਿਲੀਫ। ਬਿਲੀਫ ਮੀਨਸ ਵਿਸ਼ਵਾਸ। ਵਿਸ਼ਵਾਸ ਮੀਨਸ ਤੁਹਾਡਾ ਯਕੀਨ। ਯਕੀਨ ਮੀਨਸ ਤੁਹਾਡਾ ਮਜ਼ਹਬ। ਹੁਣ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਅਗਰ ਹਿੰਦੂ ਘਰ ਪੈਦਾ ਹੋਏ ਹੋ ਤਾਂ ਹਿੰਦੂ ਮਤ ਦੇ ਨਾਲ ਤੁਸੀਂ ਆਪਣਾ ਵਿਸ਼ਵਾਸ ਰੱਖਦੇ ਹੋ। ਅਗਰ ਇਸਲਾਮ 'ਚ ਹੋਏ ਹੋ ਤਾਂ ਮੁਸਲਮਾਨ ਦੇ ਘਰ ਪੈਦਾ ਹੋਏ ਹੋ, ਇਸਲਾਮ 'ਚ ਵਿਸ਼ਵਾਸ ਰੱਖਦੇ ਹੋ। ਸਿੱਖ ਦੇ ਪਰ ਪੈਦਾ ਹੋ ਤਾਂ ਸਿੱਖੀਜ਼ਮ 'ਚ ਵਿਸ਼ਵਾਸ ਰੱਖਦੇ ਹੋ। ਕ੍ਰਿਸਚਨ ਦੇ ਘਰ ਪੈਦਾ ਹੋਏ ਤਾਂ ਕ੍ਰਿਸਚਨਿਟੀ 'ਚ ਯਕੀਨ ਰੱਖਦੇ ਹੋ। ਲੇਕਿਨ ਬਹੁਤ ਸਾਰੇ ਲੋਕ ਆਪਣੀ ਮਰਜ਼ੀ ਨਾਲ ਵੀ ਚੁਣਦੇ ਨੇ। ਲੇਕਿਨ ਮੈਨੂੰ ਇੱਕ ਬਾਤ ਦਾ ਜਾ ਕੇ ਤੁਸੀਂ ਸਾਰੇ ਮਜ਼ਹਬ ਪੜ੍ਹਦੇ ਹੋ, ਇੱਕ ਹੀ ਸਾਰੇ ਜਿੰਨੇ B ਬੋਲੇ ਨੇ ਮੈਨੇ ਉਹਨਾਂ 'ਚ ਇੱਕ ਹੀ B ਐਸਾ ਹੈ ਜਿਹੜਾ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ। ਲੇਕਿਨ ਜਦ ਆਪਣੀ ਮਰਜ਼ੀ ਨਾਲ ਵੀ ਕਰਦੇ ਹੋ ਉਹ ਵੀ ਸਾਰੀਆਂ ਮਤਲਬ ਇੱਕੋ ਹੀ ਹੁੰਦਾ ਹੈ। ਫਰਜ਼ ਕਰੋ ਤੁਸੀਂ ਸਿੱਖ ਘਰ 'ਚ ਪੈਦਾ ਹੋ ਗਏ, ਗੁਰਦੁਆਰੇ ਜਾਂਦੇ ਹੋ ਤੁਸੀਂ, ਗੁਰਦੁਆਰੇ ਜਾ ਕੇ ਭਾਰਤ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸਨੇ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਕੀ ਗੋਲਕ ਗਰੀਬ ਦਾ ਮੂੰਹ ਜੀ। ਇਹ ਸਾਰਾ ਕੁਝ ਆਪਾਂ ਉੱਥੇ ਜਾ ਕੇ ਪੜ੍ਹਦੇ ਹਾਂ, ਸਮਝਦੇ ਹਾਂ। ਮਸਜਿਦ 'ਚ ਜਾਂਦੇ ਹਾਂ ਤਾਂ ਬਿਲਕੁਲ ਜਾ ਕੇ ਹੀ ਹੈ ਵੀ ਰੱਬੁਲ ਆਲਮੀਨ ਰਹਿਮਤੁਲ ਆਲਮੀਨ। ਅਸੀਂ ਕੋਈ ਕਿਸੇ ਨੂੰ ਮਤਲਬ ਹੈ ਕਿਸੇ ਦੇ ਬਾਰੇ ਖਿਲਾਫ ਜਾ ਕੇ ਦੁਆ ਨਹੀਂ ਮੰਗਦੇ। ਇਨਸਾਨ ਔਰ ਇਨਸਾਨੀਅਤ ਦੀ ਭਲਾਈ ਵਾਸਤੇ ਦੁਆ ਮੰਗਦੇ ਹਾਂ। ਅਸੀਂ ਇਹ ਵੀ ਦੁਆ ਮੰਗਦੇ ਹਾਂ ਵੀ ਯਾ ਅੱਲਾ ਸਾਡੇ ਕੋਲੋਂ ਕਿਸੇ ਦਾ ਬੁਰਾ ਨਾ ਹੋ ਜਾਵੇ, ਯਾ ਅੱਲਾ ਸਾਡੇ ਕੋਲੋਂ ਕੋਈ ਗਲਤ ਕੰਮ ਨਾ ਹੋ ਜਾਵੇ ਜਿਹਦੇ ਨਾਲ ਇਨਸਾਨ ਔਰ ਇਨਸਾਨੀਅਤ ਦਾ ਨੁਕਸਾਨ ਹੋਵੇ ਜੀ। ਕਿਉਂਕਿ ਇਸਲਾਮ ਦੇ ਮੁਤਾਬਕ ਇੱਕ ਨਜਾਇਜ਼ ਕਤਲ ਪੂਰੀ ਦੁਨੀਆ ਦਾ ਕਤਲ ਹੈ। ਇੱਕ ਦੀ ਜਾਨ ਬਚਾਉਣਾ ਪੂਰੀ ਇਨਸਾਨੀਅਤ ਦੀ ਜਾਨ ਬਚਾਉਣ ਦੇ, ਪੂਰੇ ਇਨਸਾਨਾਂ ਦੀ ਜਾਨ ਬਚਾਉਣ ਦੇ ਬਰਾਬਰ ਹੈ। ਇਸੇ ਤਰੀਕੇ ਨਾਲ ਜੇ ਤੁਸੀਂ ਹਿੰਦੂ ਧਰਮ 'ਚ ਪੈਦਾ ਅਗਰ ਹੋਏ ਹੋ, ਤੁਸੀਂ ਜਦ ਮੰਦਿਰ 'ਚ ਆਰਤੀ ਕਰਦੇ ਹੋ ਤਾਂ ਸਭ ਤੋਂ ਬੜੀ ਇਹੀ ਦੁਆ ਪ੍ਰਾਰਥਨਾ ਕਰਦੇ ਹਾਂ, प्राणियों में सद्भावना हो, विश्व का कल्याण हो, धर्म की विजय हो, अधर्म का नाश हो। इसी तरीके से अगर आप क्रिश्चियन घर में पैदा होते हैं तो उसमें सिंपल लिखा हुआ है बाइबल में कि लव ऑफ ह्यूमन बीइंग इज बेटर देन लव ऑफ गॉड। और ये भी लिखा हुआ है कि ब्रिज बिटवीन मैन एंड गॉड इज सर्विस टू मैनकाइंड। इसका मतलब ये है कि अगर इंसान खुदा को पाना चाहता है तब उसके लिए इंसान दी खिदमत ज़रूरी है। ਇਨਸਾਨ ਨਾਲ ਨਫ਼ਰਤ ਨਾਲ ਤੁਸੀਂ ਰੱਬ ਨੂੰ ਨਹੀਂ ਪਾ ਸਕਦੇ। ਇਹ ਕ੍ਰਿਸਚੀਅਨਿਟੀ ਦਾ ਮੈਸੇਜ ਹੈ। ਪਰ ਅਮਜਦ ਸਾਹਿਬ ਹੁਣ ਤੇ ਗੁਰਦੁਆਰੇ ਵੀ ਬੰਦ ਨੇ ਕਰੋਨਾ ਵਾਇਰਸ ਕਰਕੇ, ਮਸਜਿਦਾਂ ਵੀ ਬੰਦ ਨੇ, ਗਿਰਜੇ ਘਰ ਵੀ ਬੰਦ ਹੋਏ ਨੇ, ਮੰਦਿਰਾਂ ਦੇ ਵਿੱਚ ਵੀ ਕੋਈ ਨਹੀਂ ਜਾ ਰਿਹਾ। ਤੇ ਫਿਰ ਹੁਣ ਇਹ ਵੀ ਕਰੋਨਾ ਵਾਇਰਸ ਦੇ ਰਿਹਾ ਕਿਉਂਕਿ ਬਹੁਤ ਸਾਰੇ ਗਲਤ ਕੰਮ ਜਿਹੜੇ ਸੀ, ਕੁਛ ਕੁ ਸਾਰੇ ਤਾਂ ਅਸੀਂ ਨਹੀਂ ਕਹਿ ਸਕਦੇ, ਹਿੰਦੂ ਮੁਸਲਿਮ ਸਿੱਖ ਈਸਾਈਆਂ ਦੇ ਵਿੱਚੋਂ ਬਹੁਤ ਧਰਮ ਦੇ ਨਾਂ 'ਤੇ ਬਹੁਤ ਸਾਰੇ ਤਾਂ ਨਹੀਂ, ਕੁਝ ਕੁ ਲੋਕ ਜਿਹੜੇ ਗੜਬੜੀਆਂ ਕਰ ਰਹੇ ਸੀ, ਇਸ ਕਰਕੇ ਤਾਂ ਨਹੀਂ ਕਿਤੇ ਬੰਦ ਹੋਏ। ਮੈਂ ਕਾਸ਼ਿਫ ਦਾ ਤੁਹਾਨੂੰ ਅਰਜ਼ ਕਰਾਂ, ਮੈਂ ਇਸ ਚੀਜ਼ ਨੂੰ ਐਨਾਲਿਸਿਸ ਕੀਤਾ ਬਹੁਤ ਜ਼ਿਆਦਾ ਜੀ। ਮੈਂ ਮਹਿਸੂਸ ਕਰਦਾ ਕਿ ਜਿਹੜੀਆਂ ਮੈਂ ਹੁਣ ਗੱਲਾਂ ਬੋਲੀਆਂ ਨੇ, ਹਰ ਇਨਸਾਨ ਮੰਦਿਰ, ਮਸਜਿਦ, ਗੁਰਦੁਆਰੇ, ਚਰਚ 'ਚ ਜਾ ਕੇ ਇਨਸਾਨ ਔਰ ਇਨਸਾਨੀ ਦੀ ਭਲਾਈ ਦੀ ਦੁਆ ਮੰਗ ਕੇ ਆਉਂਦਾ ਹੈ ਜੀ। ਉੱਥੇ ਰੋ ਰੋ ਕੇ ਹੀ ਮੰਗਦਾ ਹੈ ਵੀ ਯਾ ਰੱਬ ਸੱਚਾ ਦੁਨੀਆ, ਜਦ ਬਾਰਿਸ਼ ਦੀ ਦੁਆ ਮੰਗਦਾ ਹੈ, ਅੱਛੀ ਬਾਰਿਸ਼ ਮੰਗਦਾ ਹੈ। ਜਦ ਆਪਣੇ ਲੋਕਾਂ ਵਾਸਤੇ ਸੋਚਦਾ ਹੈ ਤਾਂ ਸਾਰਿਆਂ ਵਾਸਤੇ ਸੋਚਦਾ ਹੈ, ਕਦੇ ਸਿਰਫ ਆਪਣੇ ਮਜ਼ਹਬ ਵਾਸਤੇ ਨਹੀਂ ਸੋਚਦਾ। ਲੇਕਿਨ ਅਨਫੋਰਚੂਨੇਟਲੀ ਸਾਡੇ ਮੁਲਕ 'ਚ ਖਾਸ ਤੌਰ ਪਰ, ਪੂਰੀ ਦੁਨੀਆ 'ਚ ਆਮ ਤੌਰ ਪਰ, ਅਸੀਂ ਉੱਥੋਂ ਮੰਦਿਰ ਮਸਜਿਦ ਤੋਂ ਨਿਕਲ ਕੇ, ਗੁਰਦੁਆਰੇ ਚਰਚ ਤੋਂ ਨਿਕਲ ਕੇ ਅਸੀਂ ਆਪਣੀ ਮੰਗੀ ਹੋਈ ਦੁਆ ਦੇ ਖਿਲਾਫ ਹੀ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ। ਅਨਫੋਰਚੂਨੇਟਲੀ ਅਸੀਂ ਇੱਕ ਮੁਜਰਮ ਨੂੰ ਮੁਸਲਮਾਨ ਮੁਜਰਮ ਕਹਿੰਦੇ ਹਾਂ, ਜਦ ਕਿ ਮੁਜਰਮ ਦਾ ਕੋਈ ਮਜ਼ਹਬ ਨਹੀਂ, ਮੁਜਰਮ ਤਾਂ ਮੁਜਰਮ ਹੈ ਜੀ। ਕਾਤਿਲ ਦਾ ਕੋਈ ਮਜ਼ਹਬ ਨਹੀਂ, ਉਹਦਾ ਮਜ਼ਹਬ ਤਾਂ ਕਤਲ ਕੀਤਾ ਉਹਨੇ, ਉਹ ਕਾਤਿਲ ਹੈ ਜੀ।
अगर किसी ने कानून तोड़े है तो कानून ਦਾ ਮੁਜਰਮ ਹੈ ਉਹ ਨਾਲ ਆਪਣੇ ਮਜ਼ਹਬ ਦਾ ਵੀ ਮੁਜਰਮ ਹੈ, ਲੇਕਿਨ ਆਪਾਂ ਉਹਨੂੰ ਮੁਸਲਮਾਨ ਕਾਤਿਲ, ਹਿੰਦੂ ਕਾਤਿਲ, ਸਿੱਖ ਕਾਤਿਲ, ਈਸਾਈ ਕਾਤਿਲ ਕਹਿ ਕੇ ਨਫ਼ਰਤ ਫੈਲਾਉਣ ਦੀ ਬਜਾਏ ਅਸੀਂ ਉਸ ਮਜ਼ਹਬ ਨੂੰ ਨਾ ਲਪੇਟੀਏ, ਬਲਕਿ ਉਸ ਇਨਸਾਨ ਨੂੰ ਬੁਰਾ ਕਹੀਏ ਜਿਹਨੇ ਜੁਰਮ ਕੀਤਾ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ। ਬਿਲਕੁਲ ਇਸੇ ਤਰੀਕੇ ਨਾਲ ਇਹੀ ਕੁਝ ਹੋਇਆ ਪਟਿਆਲੇ ਦੇ ਵਿੱਚ। ਕੁਝ ਕੁ ਨਿਹੰਗਾਂ ਨੇ ਜਿਹੜਾ ਪੁਲਿਸ ਵਾਲਿਆਂ ਤੇ ਹਮਲਾ ਕਰਤਾ ਤੇ ਸਾਡੇ ਸਿੱਖ ਭਾਈਚਾਰਾ ਸਾਰਾ ਬਦਨਾਮ ਕਰਦਾ। ਕੁਝ ਕੁ ਸ਼ਰਾਰਤੀ ਅਨਸਰਾਂ ਨੇ ਇਸੇ ਤਰੀਕੇ ਨਾਲ ਕਰੋਨਾ ਵਾਇਰਸ ਨੂੰ ਲੈ ਕੇ ਮੁਸਲਮਾਨਾਂ ਨਾਲ ਹੋ ਰਿਹਾ। ਅਮਜਦ ਸਾਹਿਬ, ਇਹ ਸਰ ਐਸਾ ਹੈ ਕਿ ਮੈਂ ਮਾਫੀ ਚਾਹੁੰਦਾ ਇਹ ਕਹਿੰਦੇ ਹੋਏ ਕਿ ਤੁਹਾਡਾ ਡਿਪਾਰਟਮੈਂਟ ਵੀ ਮੀਡੀਆ ਹੀ ਹੈ। ਕੁਝ ਲੋਕਾਂ ਨੇ ਪਹਿਲਾਂ ਜਿਹੜੇ मतलब ਰਿਪੋਰਟਰਸ ਹੁੰਦੇ ਥੇ ਜਾਂ ਸਹਾਫੀ ਹੁੰਦੇ ਥੇ ਜਾਂ ਲਿਖਣ ਵਾਲੇ ਹੁੰਦੇ ਥੇ, ਉਹਨਾਂ ਦਾ ਆਮ ਤੌਰ ਤੁਸੀਂ ਦੇਖੋਗੇ ਜਿੰਨਾ ਕੁ ਮੇਰੀ ਉਮਰ ਹੋ ਗਈ ਉਸ ਹਿਸਾਬ ਨਾਲ ਮੈਂ ਜਿਨ੍ਹਾਂ ਨੂੰ ਦੇਖਿਆ ਵੀ ਹੈ, ਉਹਨਾਂ ਨੇ ਇੱਕ ਫਕੀਰਾਨਾ ਜ਼ਿੰਦਗੀ ਗੁਜ਼ਾਰਦੇ ਥੇ। ਉਹ ਸੱਚ ਨੂੰ ਸੱਚ ਲਿਖਦੇ ਥੇ। ਅਗਰ ਉਸ ਜਦ ਕਿ ਅਗਰ ਜੰਗ ਆਪਣੇ ਆਜ਼ਾਦੀ ਤੋਂ ਪਹਿਲਾਂ ਅਗਰ ਕਿਤੇ ਸਾਡੇ ਮੀਡੀਆ ਵਾਲੇ, ਅਗਰ ਕਿਤੇ ਸਾਡੇ ਰਿਪੋਰਟਰਸ ਵਿਕ ਜਾਂਦੇ, ਜਿਹਨੂੰ ਖਰੀਦਣ ਦੀ ਕੋਸ਼ਿਸ਼ ਅੰਗਰੇਜ਼ਾਂ ਨੇ ਬਹੁਤ ਕੀਤੀ, ਤਾਂ ਕਾਸ਼ ਸਾਹਿਬ ਆਜ਼ਾਦੀ ਨਹੀਂ ਮਿਲ ਸਕਦੀ ਸੀ। ਬਿਲਕੁਲ ਉਹਨਾਂ ਨੇ ਸਾਨੂੰ ਲੜਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਸਾਨੂੰ ਲੜਾਉਣ ਦੀ ਇੰਨੀ ਕੋਸ਼ਿਸ਼ ਕੀਤੀ, ਡਿਵਾਈਡ ਐਂਡ ਰੂਲ ਵਾਲਾ ਫਾਰਮੂਲਾ ਲਗਾਇਆ। ਅਗਰ ਸਾਡੀ ਸਾਰੀ ਕਮਿਊਨਿਟੀ, ਸਾਰੇ ਰਿਲੀਜਨ ਮਿਲ ਕੇ ਨਹੀਂ मतलब ਉਹਨੂੰ ਲੜਾਈ ਕਰਦੇ ਤਾਂ ਅਸੀਂ ਜਿੱਤ ਨਹੀਂ ਸਕਦੇ ਸੀ। ਹੁਣ ਤੁਸੀਂ ਇਹ ਗੱਲ ਛੇੜੀ ਹੈ, ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਹਰਿਆਣੇ 'ਚ ਇੱਕ ਸ਼ਹਿਰ ਹੈ ਹਾਂਸੀ, ਉੱਥੇ ਦੋ ਦੋਸਤ ਥੇ, ਇੱਕ ਮਿਸਟਰ मिर्ज़ा मुनीर बेग थे, एक थे करमचंद जैन। मैं जैन साहब थे, हो मेरे नाम याद आ जाएगा। तो दोनों ही बड़े अच्छे दोस्त थे। उन्होंने अपने ਜਿਹੜੇ ਆਖਰੀ ਮੁਗਲ ਬਾਦਸ਼ਾਹ थे बहादुर शाह जफर, उन्होंने सारे हिंदुस्तान के लोगों को तैयार होने वास्ते कहा अंग्रेज़ों के खिलाफ। ये जैन साहब ਨੂੰ और मिर्ज़ा मुनीर बेग की ड्यूटी लगी ਹਾਂਸੀ हिसार के इलाके 'ਚ। इन्होंने लोगों ने जवान थे, ये पढ़े लिखे थे, इन्होंने तकरीबन 20,000 जवानों की फौज तैयार कर ली और एक खत पाता बहादुर शाह जफर ਨੂੰ कि साढ़े कोल इन्ने बंदे तैयार ने, तुसी सानू असला भेज दो, असी जंग लड़ांगे। वो लैटर जिहड़ा था अंग्रेज़ों के हथ लग गया। अंग्रेज़ों ने बहादुर शाह जफर ਨੂੰ ਤਾਂ अरेस्ट कर लिया, उत्थे रंगून भेज दिता, लेकिन इन्हां पर आके उन्होंने अटैक किया, दोनों ਨੂੰ पकड़ लिया। हुक्मचंद जैन, मेरे पूरा नाम याद आ गया, हुक्मचंद जैन। हुक्मचंद जैन ਨੂੰ और मिर्ज़ा मुनीर बेग ਨੂੰ पकड़ लिया। पकड़ के ਉਹਦੇ ਸਾਹਮਣੇ ਉਹਦਾ ਫਕੀਰ ਚੰਦ ਜੈਨ बेटा था, हुक्मचंद जैन ਦਾ 12-13 ਸਾਲ ਦਾ था, ਉਹਦੇ ਸਾਹਮਣੇ ਲਿਆਏ ਉਹਨੂੰ। ਕਹਿੰਦੇ ਜਾਂ ਤਾਂ ਤੂੰ ਇਹਦਾ ਸਾਥ ਛੱਡ ਦੇ मिर्ज़ा मुनीर बेग ਦਾ, नहीं तेरे बेटे ਤੇ ਗੋਲੀ ਮਾਰਾਂਗੇ ਅਸੀਂ। ਉਹ ਕਹਿੰਦੇ ਤੁਸੀਂ ਮੇਰੇ ਬੇਟੇ ਤੇ ਗੋਲੀ ਮਾਰ ਦਿਓ, ਲੇਕਿਨ ਮੈਂ ਇਹਦਾ ਸਾਥ ਨਹੀਂ ਛੱਡਣਾ। ਉਹ ਇਹ ਅੰਗਰੇਜ਼ਾਂ ਦੀ ਲੜਾਉਣ ਦੀ ਕੋਸ਼ਿਸ਼ ਸੀ। ਇਸੇ ਤਰ੍ਹਾਂ ਮਿਰਜ਼ਾ ਮੁਨੀਰ ਬੇਗ ਨੂੰ ਕਿਹਾ ਤੂੰ ਇਹਦਾ ਸਾਥ ਛੱਡ ਦੇ, ਤੈਨੂੰ ਅਸੀਂ ਛੱਡ ਦਾਂਗੇ। ਕਹਿੰਦਾ ਮੈਂ ਇਹਦਾ ਸਾਥ ਨਹੀਂ ਛੱਡਦਾ। ਤੁਸੀਂ ਹੈਰਾਨ ਹੋਵੋਗੇ, ਅੰਗਰੇਜ਼ਾਂ ਨੇ ਉਹਨੂੰ ਸਜ਼ਾ ਪਤਾ ਕੀ ਦਿੱਤੀ ਸੀ? ਮਿਰਜ਼ਾ ਮੁਨੀਰ ਬੇਗ ਨੂੰ ਜ਼ਿੰਦਾ ਚਿਤਾ 'ਚ ਜਲਾਇਆ था ਜੀ, और हुक्मचंद जैन ਨੂੰ ਜ਼ਿੰਦਾ ਕਬਰ 'ਚ ਦਫਨਾਇਆ ਸੀ ਜੀ। ਤੁਸੀਂ ਹਲੇ ਵੀ ਅਗਰ ਹਾਂਸੀ ਜਾਓਗੇ, ਉਸ ਟਾਈਮ 20 ਕਿੰਨੇ ਹਜ਼ਾਰ ਲੋਕਾਂ ਦਾ ਕਤਲ ਕੀਤਾ था ਅੰਗਰੇਜ਼ਾਂ ਨੇ, ਉਹਦੀ ਗਿਣਤੀ ਮੇਰੇ ਕੋਲ ਨਹੀਂ ਹੈ, ਲੇਕਿਨ ਹਾਂਸੀ ਜਾ ਕੇ ਤੁਸੀਂ ਦੇਖੋਗੇ ਹਲੇ ਵੀ ਇੱਕ ਸੜਕ ਦਾ ਨਾਂ ਉੱਥੇ ਲਾਲ ਸੜਕ ਰੱਖੇ ਹੋਏ ਹੈ, ਕਿਉਂਕਿ ਉਹ ਸੜਕ ਨਦੀ ਦੀ ਤਰ੍ਹਾਂ ਲੋਕਾਂ ਦੇ ਖੂਨ ਨਾਲ ਬਹਿ ਰਹੀ ਸੀ। ਇਹ ਉਹਨਾਂ ਨੂੰ ਜੇ ਇਹ मतलब ਅਸੀਂ ਜਿਸ ਤਰ੍ਹਾਂ ਅੱਜ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਸੀ ਉਹ ਇਹ ਹੈ ਕਿ ਕੁਝ ਸਾਡੇ ਮੀਡੀਆ ਵਾਲੇ ਆਪਣੇ ਇੰਟਰਸਟ ਵਾਸਤੇ ਹਰ ਉਹ ਚੀਜ਼ ਨੂੰ ਬੜਾ ਚੜਾ ਕੇ ਬਿਆਨ ਕਰਦੇ ਨੇ ਜਿਹੜੀ ਚੀਜ਼ ਨੂੰ ਢਕਣਾ ਚਾਹੀਦਾ ਹੈ। ਮੁਲਕ ਦੇ ਹਿੱਤ 'ਚ ਗੱਲ ਕਰਨੀ ਚਾਹੀਦੀ ਹੈ, ਨਾ ਕਿ ਮੁਲਕ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦੇ ਦਿੰਦਾ। मैंने APJ अब्दुल कलाम का एक आर्टिकल पढ़िया, उन्होंने कहा कि मैं एक दफ़ा इजराइल गया, इजराइल के अखबार च मैं पढ़िया जी उन्हें उत्थे उन्होंने इसराइल च उन्होंने एक मिठे पानी का कुआं खोदिया जी, ਉਹਦੀ रिसर्च करके उन्होंने मिठे पानी का कुआं मिलिया।
ਉਸੇ ਦਿਨ ਉੱਥੇ 50 ਬੰਦੇ ਕਿਸੇ ਬੰਬ ਨਾਲ ਮਾਰੇ ਗਏ। ਦੂਸਰੇ ਦਿਨ ਉੱਥੇ ਦੇ ਰਿਪੋਰਟਰਸ ਨੇ ਕੀ ਕੀਤਾ, ਜਿਹੜੇ ਅਖਬਾਰ ਦੀ ਮੇਨ ਲਾइन थी ਉਹਦੇ 'ਚ ਇਹ ਲਿਖਿਆ था कि हमारे साइंटिस्ट ने, हमारे इंजीनियर्स ने ये मीठे पानी का कुआं खोदा है, कुआं मिल गया है। ये मेन लाइन थी उन्होंने। और अखबार के लास्ट पेज में लिखा था कि कल बम में 50 आदमी भी मारे गए। मतलब ये डिफरेंस है जी। ਜਿਹੜੀ ਸਾਡੀ ਪੋਜ਼ਿਟਿਵ ਗੱਲਾਂ ਨੇ, ਸਾਡਾ ਮੁਲਕ ਇਸ ਟਾਈਮ ਕੋਰੋਨਾ ਨਾਲ ਲੜ ਰਿਹਾ ਹੈ, ਅਸੀਂ ਬੜੇ ਬੜੇ ਐਡਵਾਂਸ ਮੁਲਕਾਂ ਤੋਂ ਅੱਗੇ ਹਾਂ ਜੀ। ਮੈਂ ਜਿਹੜੀ ਤੁਹਾਨੂੰ ਪਹਿਲਾਂ 27 ਪਰ ਦੀ ਗੱਲ ਪੂਰੀ ਕਰ ਲਵਾਂ। ਮੈਂ 27 ਜਿਹੜਾ ਹੈ, ਜਦ ਅਸੀਂ 26 ਤੱਕ ਹੋ ਗਿਆ, ਬਲੀਵ ਵੀ ਸਾਡਾ ਸਭ ਦਾ ਇੱਕੋ ਹੀ ਹੈ। ਔਰ ਮੈਂ ਮਹਿਸੂਸ ਕਰਦਾ ਇਹ ਰੱਬ ਦੀ ਸਾਡਾ ਨਾਰਾਜ਼ਗੀ ਹੈ ਵੀ ਤੁਸੀਂ ਮੇਰੇ ਕੋਲ ਮੰਦਿਰ, ਮਸਜਿਦ, ਗੁਰਦੁਆਰੇ, ਚਰਚ 'ਚ ਆ ਕੇ ਕੁਛ ਹੋਰ ਮੰਗਦੇ ਹੋ और बाहर जाके तुसी अपनी मंगी हुई दुआ के खिलाफ काम करते हो। ਉਹਦੀ नापसंदीदगी करके उन्हें साढ़े वास्ते मंदिर, मस्जिद, गुरुद्वारे सारे बंद करते। और जब असीं 6 ਦੇ 6 20 ਨੂੰ ਬੁਲਾਉਂਦੇ ਆ ਤਾਂ मैं महसूस करदा कि करोना का भी सानू साडे मैसेज ये है कि 27 इज़ ब्रदरहुड। होना की चाहिए? होना ये चाहिए कि इस टाइम हिंदुस्तान दे हर इलाके का बंदा, हिंदुस्तान दे हर मजहब का बंदा, हिंदुस्तान का हर भाषा बोलने वाला बंदा, हिंदुस्तान का हर अमीर, हिंदुस्तान का हर गरीब, हिंदुस्तान का किसान, हिंदुस्तान का इंडस्ट्रियलिस्ट, हिंदुस्तान का पढ़ा लिखा तबका, हिंदुस्तान के टीचर्स या हिंदुस्तान जेड़ा भी बंदा साह लै रहा है इस करोना के खिलाफ अपने आप नू तैयार करके लड़ाई च गौरमेंट का हिस्सा बन के, जब मैं कहना गौरमेंट का हिस्सा बन के, इसका मतलब है कि गौरमेंट के फरमान मन के असी अगर करोना नाल लड़ते हैं तो असी इस करोना नू असी हटा सकांगे, करोना हटा इतों मुल्क जो कढ़ सकांगे। अदरवाइज तो ये हालत हो रही है। मैं तुहानू एक चीज़ तुसी सोचोगे, अगर मतलब सुनने वाले भी सोचेंगे कि अमेरिका पूरी दुनिया का ताकतवर तरीन मुल्क है जी, और जिहदे कोले पूरी दुनिया नू तबाह करने वास्ते बड़े बड़े हथियार ने जी। जिन्हों चाहे वो जिथे बैठा होवे उन्होंने डरा दिंदा हो, उन्होंने मारन की धमकी दे दिंदा हो, जब जिहदे पर मर्जी शर्तां लगा दिंदा हो, चाहे वो नॉर्थ कोरिया होवे, चाहे ईरान होवे, चाहे कोई भी मुल्क होवे दुनिया का, वो चाहे तो वो जिंदा रहेगा मुल्क, वो ना चाहे तो नहीं रहेगा। लेकिन इस बात नू तुसी गौर नाल सुनो कि वही मुल्क अज साडे मुल्क कोलों दवाई लै रहा है अपने बंदियां नू बचाउण वास्ते, जिहदे कोले पूरी दुनिया नू मारन दी शक्ति है, वो अज दुनिया नू बचाउण वास्ते असीं उहदी मदद कर रहे हैं। इस करके सानू अपने मुल्क हिंदुस्तानी होने पर, और कंपनी भी उस तो लै रहा जिथनू सब तो वध भंडदा। देखो उन्हें रशिया तो मेडिसिन लती है ही, उस कंपनी तो मेडिसिन लती है कि जिन्होंने उन्हें ब्लैक लिस्ट किया होया था जी। हिंदुस्तान च भी मुस्लिम मैनुफैक्चरर्स भी ने, साढ़े हिंदू भाई मैनुफैक्चरर्स भी ने, पूरा हिंदुस्तान दे रहा है। मैं कहना किसी मजहब की गल नहीं करता मैं, वही हिंदुस्तान जिहदे बंदियां नूं वीज़ा देने तो पहला ਉਹਦੀਆਂ 100 ਇਨਵੈਸਟੀਗੇਸ਼ਨ करता था, ਅੱਜ जो खुशामद नाल साडे कोलों मैडिसिन लै रहा है। ये वक्त की बात है, यह रब की तरफ तो हो सकता। कदे भी किसी इंसान नूं किन्नी मर्जी रब ताकत दे दे, अपने नूं रब तो बड़ा नहीं समझना चाहिए। ये अमेरिका तो सबक सीखण वास्ते सारी दुनिया के हुक्मरानां नूं ये देख के चलना चाहिए कि वो रब तो बड़े नहीं हो सकते, रब उन्हां कोल हमेशा बड़ा रहेगा। और ये वास्ते सानू रब अगे ही सिर झुकाउणा चाहिए, अपनी गलतियों की माफ़ी मंगनी चाहिए है, और कोशिश करनी चाहिए है कि कोई भी ऐसी उलंघना ना की जाए जिहदे करके करोना जिहड़ा साडा बहुत बड़ा दुश्मन है, जिन्हों असीं अंदर बैठ के हरा सकते हैं, बाहर निकल के ਉਹਦੇ ਕੋਲ ਅਸੀਂ ਹਾਰ ਜਾਈਏ। ਪਰ ਅਮਿਤ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਇੱਕ ਅਧਿਆਤਮਕ ਵਾਲਾ ਪੱਖ ਅੱਜ ਉਜਾਗਰ ਕੀਤਾ ਹੈ ਕਰੋਨਾ ਵਾਇਰਸ ਦਾ, ਪਰ ਹੋ ਤਾਂ ਉਲਟ ਰਿਹਾ ਹੈ। ਅਗਰ ਸਾਡੇ ਧਾਰਮਿਕ ਜਿਹੜੇ ਸੰਸਥਾਨ ਨੇ ਉਹ ਬੰਦ ਹੋ ਗਏ ਨੇ, ਤਾਂ ਅਸੀਂ ਘਰਾਂ ਦੇ ਵਿੱਚ ਟੀਵੀ ਜ਼ਰੀਏ, ਮੋਬਾਈਲਾਂ 'ਤੇ ਬੈਠ ਕੇ ਆਪਣਾ ਟਾਈਮ ਗੁਜ਼ਾਰ ਰਹੇ ਹਾਂ। ਕੀ ਇਹ ਐਕਸਪੈਕਟ ਠੀਕ ਹੈ, ਜਾਂ ਅਸੀਂ ਉਸ ਪਰਮ ਪਿਤਾ ਪਰਮੇਸ਼ਵਰ ਤੋਂ ਆਪਣੇ ਆਪ ਨੂੰ, ਆਪਣੇ ਮੁਲਕ ਨੂੰ ਬਲਸ਼ਾਲੀ ਹੋਣ ਦੀ ਪ੍ਰਾਰਥਨਾ ਕਰੀਏ? ਹੋਣਾ ਇਹ ਨਹੀਂ ਚਾਹੀਦਾ ਸੀ ਜੀ?
ਉਸ ਜਿਸ ਕੋਲੋਂ ਅਸੀਂ ਸਰਬੱਤ ਦਾ ਭਲਾ ਮੰਗਦੇ ਉਸ ਵਾਹਿਗੁਰੂ ਤੋਂ? देखो ऐसा है, पूरी दुनिया च और ख़ास तौर पर अपने मुल्क च मैं महसूस करदा कि जिन्ने घट लोग ਇੱਥੇ ਪਾਏ ਗਏ ਨੇ ਕਰੋਨਾ ਨਾਲ ਪੀੜਿਤ ਜਾਂ ਜਿਨ੍ਹਾਂ ਨੂੰ ਕਰੋਨਾ ਹੈ, ਕਰੋਨਾ ਪੋਜ਼ਿਟਿਵ ਪਾਏ ਗਏ ਨੇ, ਔਰ ਜਿੰਨੇ ਘੱਟ ਲੋਕਾਂ ਦੀ ਮੌਤ ਹੋਈ ਹੈ, ਮੈਂ ਮਹਿਸੂਸ ਕਰਦਾ ਇਹਦੇ 'ਚ ਸਾਰੇ ਮਜ਼ਹਬ ਦੇ ਉਹ ਲੋਕ ਜਿਹੜੇ ਰੱਬ ਦੇ ਅੱਗੇ ਦੁਆ ਮੰਗ ਰਹੇ ਨੇ ਆਪਣੇ ਘਰ ਬੈਠ ਕੇ। ਇਹ ਉਹਦਾ ਨਤੀਜਾ ਹੈ, ਕਿਉਂਕਿ ਦਵਾਈਆਂ ਤਾਂ ਪੂਰੀ ਦੁਨੀਆ 'ਚ ਇਹਦੇ ਵਾਸਤੇ ਕੋਈ ਨਹੀਂ ਹੈ ਜੀ। ਦਵਾਈ ਅਗਰ ਹੁੰਦੀ ਤਾਂ ਅਮਰੀਕਾ ਦੇ ਬੰਦਾ ਕੋਈ ਵੀ ਨਾ ਮਰਦਾ ਜੀ। ਅੱਜ ਤੁਸੀਂ ਦੇਖੋ पूरी दुनिया च अज का डाटा है लेटेस्ट कि 1,45,000 लोग मर चुके ने, और कल अमेरिका तकरीबन 2,500 एक दिन च मरे ने। और अमेरिका वो मुल्क है जिन्हें कदे किसी जंग च जाके पूरे पूरे मुल्क बर्बाद किए ने, अपने 2 बंदे भी नहीं मरवाए, चाहे वो अफगानिस्तान है, चाहे वो अपना इराक है, कोई भी मुल्क है, उन्हें अपना बंदा कोई नहीं मरवाया, लोगों के बंदे मारे ने। लेकिन ये कुदरत खुदा का निज़ाम है कि उन्होंने सबक सिखाने वास्ते या जो भी है भी उन्होंने जी सज़ा मिल रही है, वो तो असी वो वास्ते भी दुआ करते हैं, उत्थे भी साढ़े वर्गे इंसान बसते हैं कि रब उत्थे भी मेहरबानी करे, और ताकि बीमारी नूं जिन्नी जल्दी हो सके ख़त्म कर सकीए। मेरा अपने सारे मलेरकोटले वालियां नूं, सारे पंजाब वालियां नूं, सारे हिंदुस्तानियां नूं इक्को ही रिक्वेस्ट है कि अपने आप नूं कानून तोड़ के हुशियार ना बनाओ, अपने आप को समझो, अपने आप को स्मार्ट बनाने वास्ते तुसीं कानून तोड़ के सड़कों पर तुर फिर के अपने आप को स्मार्ट साबित ना करो, बल्कि अंदर बैठ के तुसीं अपने आप को हिंदुस्तानी स्मार्ट सिटीजन साबित करो। बहुत बहुत शुक्रिया, जय हिंद जी। बहुत बहुत शुक्रिया। सो ये सन अमजद शाहराब जिन्हों ने एक अलग ही पक्ष जिहड़ा करोना वायरस का साडे नाल साझा कीता है। ਉਹਨਾਂ ਦਾ ਮੰਨਣਾ ਹੈ ਕਿ ਇਸ ਵੇਲੇ ਜ਼ਰੂਰਤ ਹੈ ਕਿ ਅਸੀਂ ਕਰਫਿਊ ਦੀ, ਲਾਕਡਾਊਨ ਦੀ ਪੂਰੇ ਮੁਲਕ ਦੇ ਵਿੱਚ ਹੁਸ਼ਿਆਰੀ ਦੇ ਨਾਲ ਜਾਂ ਚਲਾਕੀ ਦੇ ਨਾਲ ਉਸ ਦੀ ਉਲੰਘਣਾ ਨਾ ਕਰੀਏ, ਸਗੋਂ ਸਮਾਰਟ ਸਿਟੀਜ਼ਨ ਬਣੀਏ, ਆਪਣੇ ਘਰਾਂ ਦੇ ਵਿੱਚ ਬੈਠੀਏ, ਉਸ ਈਸ਼ਵਰ ਅੱਲਾ ਵਾਹਿਗੁਰੂ ਤੋਂ, ਗੋਡ ਤੋਂ ਅਸੀਂ ਇਹ ਪ੍ਰਾਰਥਨਾ ਕਰੀਏ ਕਿ ਜੋ ਮਹਾਮਾਰੀ ਸਾਡੇ ਮੁਲਕ ਦੇ ਵਿੱਚ ਫੈਲੀ ਹੋਈ ਹੈ ਉਸ ਨੂੰ ਉਹੀ ਜਿਹੜਾ ਡਾਕਟਰਾਂ ਦੇ ਨਾਲ ਡਾਕਟਰਾਂ ਦੇ ਜ਼ਰੀਏ, ਇਲਾਜ ਦੇ ਜ਼ਰੀਏ ਜੋ ਸਾਡੇ ਕੋਲੋਂ ਸੰਭਵ ਹੈਗਾ ਉਸ ਦੇ ਜ਼ਰੀਏ ਸਾਡੇ ਮੁਲਕ ਦੇ ਵਿੱਚੋਂ ਖਤਮ ਕਰੇ। ਔਰ ਅਸੀਂ ਜਿਹੜਾ 6 ਜਿਹੜੇ ਨੇ 6B ਨੇ ਇਸ ਫਾਰਮੂਲੇ ਤੇ ਅਮਲ ਕਰੀਏ, ਔਰ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਇਸ ਮਹਾਮਾਰੀ ਤੇ ਅਸੀਂ ਵੀ ਉਮੀਦ ਇਹੋ ਕਰਦੇ ਹਾਂ ਕਿ ਅਸੀਂ ਛੇਤੀ ਕਾਬੂ ਪਾ ਸਕਦੇ ਹਾਂ। ਸੋ ਫਿਲਹਾਲ ਆਖਿਰ ਦੇ ਵਿੱਚ ਹਮੇਸ਼ਾ ਵਾਂਗ ਮੈਂ ਵੀ ਤੁਹਾਨੂੰ ਇਹੀ ਸੁਨੇਹਾ ਦੇਵਾਂਗਾ ਕਿ ਆਪਣੇ ਘਰਾਂ 'ਚ ਰਹੋ, ਸੁਰੱਖਿਅਤ ਰਹੋ। ਕਾਸਿਫ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਮਲੇਰਕੋਟਲਾ।